ਜ਼ਿੰਦਗੀ 'ਚ ਕਈ ਮੋੜ ਇੱਦਾਂ ਦੇ ਵੀ ਆ ਜਾਂਦੇ ਨੇ। ਸਰੀਰ ਤਾਂ ਉਹਨਾਂ ਮੋੜਾਂ ਤੋਂ ਲੰਘ ਆਉਂਦਾ, ਪਰ ਰੂਹ ਉੱਥੇ ਦੀ ਉੱਥੇ ਹੀ ਰਹੀ ਜਾਂਦੀ ਏ। ਸਾਰੀ ਉਮਰ ਬੰਦਾ ਉਸ ਯਾਦ ਨੂੰ ਭੁਲਾਉਣ ਦਾ ਯਤਨ ਕਰਦਾ, ਪਰ ਉਹ ਯਾਦ ਖੰਜਰ ਬਣ ਕੇ ਐਸਾ ਸੀਨੇ 'ਚ ਖੁੱਭਦੀ ਏ ਕਿ ਸਾਰੀ ਉਮਰ ਦਿਲ 'ਚੋਂ ਨਹੀਂ ਨਿਕਲਦੀ। ਜ਼ਖਮ ਨਸੂਰ ਬਣ ਜਾਂਦੇ ਨੇ, ਤੇ ਜਦੋਂ ਕਦੇ ਰਿਸਦੇ ਨੇ, ਪੀੜ ਨਾ ਸਹਿਣ ਯੋਗ ਹੋ ਜਾਂਦੀ। ਫਿਰ ਬੰਦਾ ਰੱਬ ਕੋਲੋਂ ਮੌਤ ਦੀ ਦੁਆ ਮੰਗਦਾ, ਪਰ ਉਹ ਵੀ ਪੂਰੀ ਨਹੀਂ ਹੁੰਦੀ। ਸ਼ਾਇਦ ਪਿਆਰ ਦਾ ਕਰਜ਼ਾ ਇੰਨੀ ਛੇਤੀ ਨਹੀਂ ਚੁਕਾਇਆ ਜਾ ਸਕਦਾ। ਇਹ ਸਜ਼ਾ ਸਾਰੀ ਉਮਰ ਭੁਗਤਣੀ ਪੈਂਦੀ ਏ। ਸਿਮਰਨ ਨਾਲ ਮੇਰੀ ਪਹਿਲੀ ਮੁਲਾਕਾਤ ਪਿੰਡ ਦੇ ਗੁਰਦੁਆਰੇ 'ਚ ਹੋਈ ਸੀ। ਮੈਂ ਪੜ੍ਹਾਈ ਵੀ ਚੰਡੀਗੜ੍ਹ ਕੀਤੀ ਤੇ ਨੌਕਰੀ ਦੇ ਸਿਲਸਿਲੇ 'ਚ ਚੰਡੀਗੜ੍ਹ ਹੀ ਰਹਿੰਦਾ ਹਾਂ। ਪਿੰਡ ਮੈਂ ਘੱਟ ਹੀ ਜਾਂਦਾ ਸੀ। ਜਦੋਂ ਜਾਣਾ ਤੇ ਬਹੁਤਾ ਕਰਕੇ ਘਰ ਹੀ ਰਹਿੰਦਾ ਸੀ। ਇਹੀ ਕਾਰਨ ਸੀ ਕਿ ਮੈਨੂੰ ਪਿੰਡ ਦੇ ਥੋੜ੍ਹੇ ਲੋਕ ਹੀ ਜਾਣਦੇ ਸੀ। ਉਦੋਂ ਪਿੰਡ ਦੇ ਗੁਰਦੁਆਰੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀ। ਦੀਵਾਨ ਦੀ ਲਗਭਗ ਸਮਾਪਤੀ ਹੋ ਚੁੱਕੀ ਸੀ। ਆਖਰੀ ਜੱਥਾ ਕੀਰਤਨ ਕਰ ਹਟਿਆ ਸੀ। ਮੈਂ ਆਪਣੇ ਦੋਸਤਾਂ ਨਾਲ ਬਾਹਰ ਖੜਾ ਸੀ। ਉਦੋਂ ਹੀ ਇੱਕ ਕੁੜੀ ਮੇਰੇ ਕੋਲ ਆਈ। ਲੰਬਾ ਤੇ ਪਤਲਾ ਸਰੀਰ, ਰੰਗ ਗੋਰਾ, ਮੋਟੀਆਂ ਅੱਖਾਂ, ਗੁਲਾਬੀ ਬੁੱਲ। ਪਹਿਲੀ ਤੱਕਣੀ 'ਚ ਹੀ ਉਹ ਬਹੁਤ ਪਿਆਰੀ ਲੱਗੀ ਸੀ। ਮੈਨੂੰ ਕਹਿਣ ਲੱਗੀ, ਤੁਸੀਂ ਤਬਲਾ ਵਜਾ ਲੈਂਦੇ ਹੋ? ਮੈਂ ਇੱਕ ਸ਼ਬਦ ਪੜ੍ਹਨਾ ਸੀ। ਪਤਾ ਨਹੀਂ ਉਸ ਨੂੰ ਕਿਸ ਨੇ ਦੱਸਿਆ ਸੀ ਮੇਰੇ ਬਾਰੇ। ਮੈਂ ਬਚਪਨ ਤੋਂ ਹੀ ਤਬਲਾ ਵਜਾਉਣ ਦਾ ਸ਼ੌਕੀਨ ਹਾਂ, ਇਸ ਲਈ ਮੈਂ ਬਕਾਇਦਾ ਸਿਖਲਾਈ ਲਈ ਸੀ। ਮੈਂ ਹਾਂ 'ਚ ਸਿਰ ਹਿਲਾਇਆ ਤੇ ਉਸ ਦੇ ਮਗਰ ਤੁਰ ਪਿਆ। ਅਸੀਂ ਦੋਹਾਂ ਨੇ ਇੱਕ ਸ਼ਬਦ ਪੜ੍ਹਿਆ। ਉਸ ਦੀ ਆਵਾਜ਼ ਬਹੁਤ ਸੋਹਣੀ ਸੀ ਤੇ ਮੈਨੂੰ ਵੀ ਚੰਗਾ ਲੱਗ ਰਿਹਾ ਸੀ। ਸਮਾਪਤੀ ਤੇ ਮੈਂ ਫਿਰ ਬਾਹਰ ਆ ਕੇ ਦੋਸਤ ਨਾਲ ਖੜ ਗਿਆ। ਥੋੜ੍ਹੀ ਦੇਰ ਬਾਅਦ ਮੇਰੇ ਦੋਸਤ ਨੇ ਇਸ਼ਾਰਾ ਕੀਤਾ ਕਿ ਪਿੱਛੇ ਕੋਈ ਬੁਲਾ ਰਿਹਾ ਤੈਨੂੰ। ਮੈਂ ਘੁੰਮ ਕੇ ਦੇਖਿਆ ਤਾਂ ਉਹੀ ਕੁੜੀ ਖੜੀ ਮੈਨੂੰ ਬੁਲਾ ਰਹੀ ਸੀ। ਮੈਂ ਜਦੋਂ ਕੋਲ ਗਿਆ ਤਾਂ ਉਸਨੇ ਕਿਹਾ, ਤੁਸੀਂ ਬੜੀ ਜਲਦੀ ਬਾਹਰ ਆ ਗਏ। ਮੈਂ ਤਾਂ ਤੁਹਾਡਾ ਧੰਨਵਾਦ ਵੀ ਨਹੀਂ ਕੀਤਾ। ਮੈਂ ਕਿਹਾ, ਇਸ ਦੀ ਲੋੜ ਵੀ ਨਹੀਂ ਜੀ, ਮੈਨੂੰ ਬਹੁਤ ਵਧੀਆ ਲੱਗਾ। ਪਰ ਫਿਰ ਵੀ ਥੈਂਕ ਯੂ ਸੋ ਮਚ, ਉਸਨੇ ਮੁਸਕਰਾ ਕੇ ਕਿਹਾ। ਆਹ ਪੈਸੇ ਰੱਖ ਲਓ ਤੁਸੀਂ। ਉਸਨੇ ਕਾਫੀ ਸਾਰੇ ਨੋਟ ਮੇਰੇ ਅੱਗੇ ਕਰ ਦਿੱਤੇ ਜੋ ਸ਼ਾਇਦ ਸੰਗਤ ਨੇ ਚੜ੍ਹਾਏ ਸੀ, ਪਰ ਮੈਂ ਮਨਾ ਕਰ ਦਿੱਤਾ। ਜੇ ਤੁਸੀਂ ਰੱਖਣੇ ਤਾਂ ਰੱਖ ਲਓ, ਨਹੀਂ ਤਾਂ ਗੋਲਕ 'ਚ ਪਾ ਦਿਓ। ਠੀਕ ਹੈ, ਮੁਸਕਰਾ ਕੇ ਉਸਨੇ ਕਿਹਾ। ਉਸ ਦੀਆਂ ਅੱਖਾਂ ਵੀ ਹੱਸ ਰਹੀਆਂ ਸਨ। ਇੰਨਾ ਕਹਿ ਉਹ ਵਾਪਸ ਚਲੀ ਗਈ। ਮੈਂ ਵਾਪਸ ਦੋਸਤਾਂ ਕੋਲ ਆਇਆ ਤਾਂ ਉਹ ਹੋਰ ਹੀ ਨਜ਼ਰਾਂ ਨਾਲ ਮੈਨੂੰ ਦੇਖ ਰਹੇ ਸੀ, ਜਿਵੇਂ ਕੋਈ ਡੂੰਘਾ ਭੇਦ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ। ਬਣੀ ਫਿਰ ਗੱਲ। ਮੈਨੂੰ ਕੋਲ ਆਇਆ ਦੇਖ ਇੱਕ ਨੇ ਸ਼ਰਾਰਤੀ ਲਹਿਜੇ 'ਚ ਕਿਹਾ, ਯਾਰ ਤੁਹਾਡੇ ਕੋਲ ਬਸ ਆਹੀ ਗੱਲਾਂ ਨੇ। ਉਹ ਕਹਿ ਕੁਝ ਹੋਰ ਰਹੀ ਸੀ। ਤੁਸੀਂ ਲੈ ਕਿੱਧਰ ਨੂੰ ਗਏ? ਮੈਂ ਨਾਰਾਜ਼ ਜਿਹਾ ਹੁੰਦਿਆਂ ਕਿਹਾ, ਚੱਲ ਜੋ ਕਹਿ ਰਹੀ ਸੀ ਉਹੀ ਦੱਸ ਦੇ। ਉਹ ਹਾਲੇ ਵੀ ਮੈਨੂੰ ਤੰਗ ਕਰਨ ਦੇ ਮੂਡ 'ਚ ਸੀ। ਚਲੋ ਯਾਰ ਲੰਗਰ ਖਾ ਕੇ ਘਰ ਚੱਲੀਏ, ਮੈਂ ਗੱਲ ਬਦਲਣ ਲਈ ਕਿਹਾ। ਉਹ ਵੀ ਸਾਰੇ ਤਿਆਰ ਹੋ ਗਏ। ਅਸੀਂ ਲੰਗਰ ਛਕਿਆ ਤੇ ਗੁਰਦੁਆਰੇ ਦੇ ਬਾਹਰ ਆ ਗਏ। ਮੈਂ ਮੋਟਰਸਾਈਕਲ ਤੇ ਘਰ ਵੱਲ ਜਾਣ ਹੀ ਲੱਗਾ ਸੀ ਕਿ ਉਹ ਕੁੜੀ ਦੂਰੋਂ ਹੀ ਮੈਨੂੰ ਹੱਥ ਨਾਲ ਲੁਕਣ ਦਾ ਇਸ਼ਾਰਾ ਦੇ ਰਹੀ ਸੀ। ਇਹ ਵੇਖ ਦੋਸਤ ਹੋਰ ਚਾਂਬਲ ਗਏ। ਤੁਸੀਂ ਬਹਿ ਕੇ ਭਾਬੀ ਜੀ ਨਾਲ ਗੱਲਬਾਤ ਕਰੋ, ਅਸੀਂ ਚੱਲਦੇ ਹਾਂ। ਇੰਨਾ ਕਹਿ ਕੇ ਉਹ ਤੁਰ ਪਏ। ਮੈਨੂੰ ਉਸ ਕੁੜੀ ਦਾ ਵਿਵਹਾਰ ਥੋੜ੍ਹਾ ਅਜੀਬ ਲੱਗ ਰਿਹਾ ਸੀ। ਪਿੰਡਾਂ 'ਚ ਇੱਦਾਂ ਕੋਈ ਕੁੜੀ ਮੁੰਡੇ ਨੂੰ ਖੁੱਲ੍ਹ ਕੇ ਘੱਟ ਹੀ ਬੁਲਾਉਂਦੀ ਏ। ਉਹ ਕਾਲੀ ਕਾਲੀ ਮੇਰੇ ਕੋਲ ਆਈ। ਤੁਸੀਂ ਨਾਮ ਤਾਂ ਦੱਸਿਆ ਨਹੀਂ ਆਪਣਾ। ਉਸ ਨੂੰ ਸਾਹ ਚੜਿਆ ਹੋਇਆ ਸੀ। ਮੈਂ ਆਪਣਾ ਨਾਮ ਦੱਸ ਦਿੱਤਾ। ਉਸਨੇ ਕਿਹਾ, ਮੇਰਾ ਨਾਮ ਸਿਮਰਨ ਹੈ ਤੇ ਆਹ ਸਾਡਾ ਘਰ ਏ। ਸਾਹਮਣੇ ਹੀ ਇੱਕ ਘਰ ਵੱਲ ਉਸਨੇ ਹੱਥ ਦਾ ਇਸ਼ਾਰਾ ਕਰਦੇ ਕਿਹਾ। ਮੈਂ ਹਾਂ 'ਚ ਸਿਰ ਹਿਲਾਇਆ। ਫਿਰ ਉਸਨੇ ਮੇਰੇ ਬਾਰੇ ਪੁੱਛਿਆ ਤਾਂ ਮੈਂ ਜਲਦੀ ਨਾਲ ਆਪਣੇ ਬਾਰੇ ਦੱਸ ਕੇ ਉੱਥੋਂ ਨਿਕਲਣ ਦੀ ਕੀਤੀ, ਕਿਉਂਕਿ ਮੈਨੂੰ ਡਰ ਸੀ ਕਿ ਕੋਈ ਰਾਹੀ ਦਾ ਪਹਾੜ ਨਾ ਬਣਾ ਦੇਵੇ। ਤੇ ਪਿੰਡਾਂ 'ਚ ਇੱਦਾਂ ਹੁੰਦਿਆਂ ਕੋਈ ਦੇਰ ਨਹੀਂ ਲੱਗਦੀ। ਅਗਲੇ ਦਿਨ ਮੈਂ ਨਾਲ ਦੇ ਸ਼ਹਿਰ ਜਾਣਾ ਸੀ। 2-3 ਕੰਮ ਕਰਨ ਵਾਲੇ ਪਏ ਸੀ। ਸ਼ਹਿਰ ਸਾਡੇ ਪਿੰਡ ਤੋਂ 6 ਕਿਲੋਮੀਟਰ ਦੂਰ ਹੈ। ਸੋਚਿਆ ਕਿ ਜੇ ਹੁਣ ਜਾਂਦਾ ਤਾਂ ਦੁਪਹਿਰ ਤੱਕ ਕੰਮ ਨਿਬੇੜ ਕੇ ਵਾਪਸ ਆ ਜਾਵਾਂਗਾ। ਮੈਂ ਮੋਟਰਸਾਈਕਲ ਚੁੱਕਿਆ ਤੇ ਘਰੋਂ ਤੁਰ ਪਿਆ। ਜਦੋਂ ਸੜਕ ਤੇ ਪਹੁੰਚਿਆ ਤਾਂ ਸਾਹਮਣੇ ਸਿਮਰਨ ਆਪਣੀਆਂ ਸਹੇਲੀਆਂ ਨਾਲ ਖੜੀ ਸੀ। ਉਹ ਵੀ ਨਾਲ ਦੇ ਸ਼ਹਿਰ ਕਾਲਜ ਪੜ੍ਹਦੀ ਸੀ ਤੇ ਹੁਣ ਖੜੀ ਵੈਨ ਉਡੀਕ ਰਹੀ ਸੀ ਜੋ ਉਹਨਾਂ ਨੂੰ ਕਾਲਜ ਛੱਡ ਕੇ ਆਉਂਦੀ ਸੀ। ਮੈਂ ਸੋਚ ਲਿਆ ਸੀ ਕਿ ਉਸ ਵੱਲ ਦੇਖੇ ਬਿਨਾਂ ਨਿਕਲ ਜਾਣਾ ਬਸ, ਪਰ ਉਸਨੇ ਮੈਨੂੰ ਜਾਂਦੇ ਨੂੰ ਦੇਖ ਲਿਆ
ਤੇ ਉੱਚੀ ਸਾਰੀ ਆਵਾਜ਼ ਮਾਰੀ ਤੇ ਮੈਨੂੰ ਖੜਨਾ ਹੀ ਪਿਆ। ਉਹ ਦੌੜ ਕੇ ਮੇਰੇ ਵੱਲ ਆਈ ਤੇ ਪੁੱਛਿਆ, ਤੁਸੀਂ ਸ਼ਹਿਰ ਜਾ ਰਹੇ ਹੋ? ਮੈਂ ਹਾਂ 'ਚ ਸਿਰ ਹਿਲਾਇਆ। ਉਸਨੇ ਕੁਝ ਹੋਰ ਨਹੀਂ ਪੁੱਛਿਆ, ਬਸ ਮੇਰੇ ਮਗਰ ਬੈਠ ਗਈ। ਮੈਂ ਵੀ ਚੱਲ ਪਿਆ, ਪਰ ਦਿਲ ਅੰਦਰ ਖਿਆਲ ਆ ਰਹੇ ਸੀ ਕਿ ਜੋ ਵੀ ਹੋ ਰਿਹਾ ਸਹੀ ਨਹੀਂ ਹੋ ਰਿਹਾ। ਇੱਕ ਤਾਂ ਅਸੀਂ ਇੱਕੋ ਪਿੰਡ ਦੇ ਸਾਂ, ਦੂਜਾ ਫਰਕ ਜਾਤ ਦਾ ਸੀ। ਭਾਵੇਂ ਮੈਂ ਜਾਤ ਪਾਤ ਨਹੀਂ ਮੰਨਦਾ, ਪਰ ਉਹ ਮੇਰੇ ਨਾ ਮੰਨਣ ਨਾਲ ਕੀ ਹੁੰਦਾ ਸੀ। ਲੋਕਾਂ ਦੀਆਂ ਨਜ਼ਰਾਂ 'ਚ ਉਹ ਉੱਚੀ ਜਾਤ ਦੀ ਸੀ ਤੇ ਮੈਂ ਨੀਵੀਂ ਜਾਤ ਦਾ। ਤੀਜਾ ਵਿੱਚ ਫਰਕ ਆਪਣੇ ਪਰਿਵਾਰ ਦਾ ਸੀ ਕਿ ਮੇਰੇ ਕਰਕੇ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ। ਡੈਡੀ ਦੇ ਦੁਨੀਆ ਤੋਂ ਜਾਣ ਬਾਅਦ ਘਰ ਦੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਹੀ ਸੀ। ਇਸ ਕਰਕੇ ਮੈਂ ਸਿਮਰਨ ਨਾਲ ਸਾਰੀ ਗੱਲ ਸਾਫ਼ ਕਰਨੀ ਚਾਹੁੰਦਾ ਸੀ, ਮਤਾ ਕਿਤੇ ਦੇਰ ਨਾ ਹੋ ਜਾਵੇ। ਇਹਨਾਂ ਸੋਚਾਂ 'ਚ ਸੋਚਦਿਆਂ ਸ਼ਹਿਰ ਵੀ ਆ ਗਿਆ ਸੀ। ਸਿਮਰਨ ਵੀ ਸਾਰੇ ਰਾਹ ਕੋਈ ਨਾ ਕੋਈ ਗੱਲ ਛੇੜਦੀ ਆਈ ਸੀ, ਪਰ ਮੈਨੂੰ ਨਾ ਤਾਂ ਕੁਝ ਸੁਣ ਰਿਹਾ ਸੀ ਤੇ ਨਾ ਹੀ ਮੇਰਾ ਧਿਆਨ ਉਸ ਵੱਲ ਸੀ। ਮੈਂ ਧੱਕੇ ਨਾਲ ਹੀ ਸਾਰੇ ਰਾਹ ਹਾਂ ਨਾ ਕਰਦਾ ਆਇਆ ਸੀ। ਮੈਂ ਉਸ ਨੂੰ ਕਾਲਜ ਦੇ ਗੇਟ ਅੱਗੇ ਉਤਾਰ ਦਿੱਤਾ, ਪਰ ਹਾਲੇ ਟਾਈਮ ਕਾਫੀ ਪਿਆ ਸੀ ਤੇ ਉਸ ਦੀਆਂ ਸਹੇਲੀਆਂ ਵੀ ਹਾਲੇ ਤੱਕ ਨਹੀਂ ਸੀ ਪਹੁੰਚੀਆਂ। ਉਸਨੇ ਪੁੱਛਿਆ, ਤੁਸੀਂ ਕੌਫੀ ਪੀਓਗੇ? ਮੈਂ ਕਿਹਾ, ਚਲੋ ਚੱਲਦੇ ਹਾਂ। ਉਹ ਮੈਨੂੰ ਨਾਲ ਦੇ ਇੱਕ ਹੋਟਲ 'ਚ ਲੈ ਗਈ। ਕੌਫੀ ਆਰਡਰ ਕਰਕੇ ਅਸੀਂ ਦੋਵੇਂ ਬੈਠ ਗਏ। ਸਿਮਰਨ ਅੱਜ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਮੈਨੂੰ ਲੱਗ ਰਿਹਾ ਸੀ ਕਿ ਸਾਡਾ ਕੋਈ ਪਿਛਲੇ ਜਨਮ ਦਾ ਰਿਸ਼ਤਾ ਹੋਵੇਗਾ, ਨਹੀਂ ਤਾਂ 2 ਦਿਨਾਂ 'ਚ ਕੌਣ ਕਿਸੇ ਦੇ ਇੰਨਾ ਨੇੜੇ ਹੋ ਸਕਦਾ। ਮੈਂ ਉਸ ਦਾ ਦਿਲ ਤੋੜਨਾ ਨਹੀਂ ਸੀ ਚਾਹੁੰਦਾ, ਪਰ ਮੇਰੀ ਵੀ ਮਜਬੂਰੀ ਸੀ। ਮੈਂ ਹੋਰ ਸਮਾਂ ਬਰਬਾਦ ਨਾ ਕਰਦੇ ਹੋਏ ਸਿਮਰਨ ਨੂੰ ਸਿੱਧਾ ਕਹਿ ਦਿੱਤਾ, ਸਿਮਰਨ, ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ। ਮੈਨੂੰ ਪਤਾ ਤੁਸੀਂ ਮੈਨੂੰ ਲਾਈਕ ਕਰਦੇ ਹੋ, ਪਰ ਮੇਰੀ ਵੀ ਮਜਬੂਰੀ ਏ। ਉਸ ਰਿਸ਼ਤੇ ਨੂੰ ਸ਼ੁਰੂ ਕਿਉਂ ਕਰਨਾ ਜੋ ਅਖੀਰ ਤੱਕ ਨਹੀਂ ਨਿਭ ਸਕਦਾ। ਮੈਂ ਹੁਣ ਸਿਮਰਨ ਵੱਲ ਵੇਖ ਰਿਹਾ ਸੀ। ਉਹ ਚੁੱਪ ਕਰਕੇ ਨੀਵੀਂ ਪਾਈ ਬੈਠੀ ਸੀ। ਜਦੋਂ ਉਸਨੇ ਸਿਰ ਚੁੱਕਿਆ ਤਾਂ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਸਨ। ਮੈਂ ਤਾਂ ਬਹੁਤ ਕੁਝ ਸੋਚੀ ਬੈਠੀ ਸੀ, ਪਰ ਤੁਸੀਂ ਤਾਂ ਮੇਰਾ ਦਿਲ ਹੀ ਤੋੜ ਦਿੱਤਾ। ਸਿਮਰਨ ਨੇ ਭਰੇ ਮਨ ਨਾਲ ਕਿਹਾ, ਪਲੀਜ਼ ਮੈਨੂੰ ਮਾਫ਼ ਕਰ ਦੇ। ਉਸ ਦੇ ਹੰਝੂ ਵੇਖ ਕੇ ਮੇਰੇ ਅੰਦਰ ਵੀ ਪੀੜਾ ਦਾ ਹੜ੍ਹ ਵਗ ਰਿਹਾ ਸੀ। ਮੈਂ ਹਮੇਸ਼ਾ ਸੋਚਦਾ ਸੀ ਕਿ ਕੋਈ ਕੁੜੀ ਮੈਨੂੰ ਰੱਜ ਕੇ ਪਿਆਰ ਕਰਨ ਵਾਲੀ ਹੋਵੇ, ਪਰ ਅੱਜ ਜਦੋਂ ਉਹ ਮੇਰੇ ਸਾਹਮਣੇ ਸੀ ਤਾਂ ਮੇਰੀਆਂ ਮਜਬੂਰੀਆਂ ਨੇ ਮੈਨੂੰ ਸੰਗਲਾਂ ਵਾਂਗ ਜਕੜ ਰੱਖਿਆ ਸੀ। ਮੇਰਾ ਜੀ ਕਰ ਰਿਹਾ ਸੀ ਕਿ ਸਿਮਰਨ ਨੂੰ ਘੁੱਟ ਕੇ ਗਲ ਨਾਲ ਲਾ ਲਵਾਂ, ਪਰ ਮੈਂ ਅਜਿਹਾ ਨਾ ਕਰ ਸਕਿਆ। ਸਮਾਜ ਦੀਆਂ ਰੀਤਾਂ 'ਚ ਬੰਨਿਆ ਮੈਂ ਆਪਣੇ ਪਿਆਰ ਦਾ ਗਲਾ ਘੁੱਟਣ ਵਾਸਤੇ ਤਿਆਰ ਹੋ ਗਿਆ ਸੀ। ਜੇ ਮੈਂ ਆਪਣੇ ਪਾਪਾ ਨੂੰ ਤਿਆਰ ਕਰ ਲਵਾਂ ਆਪਣੇ ਵਿਆਹ ਲਈ, ਫੇਰ ਤਾਂ ਤੁਸੀਂ ਮੰਨ ਜਾਓਗੇ। ਉਹ ਹਾਲੇ ਵੀ ਆਸ ਨਹੀਂ ਸੀ ਛੱਡ ਰਹੀ। ਸਿਮਰਨ, ਪਾਗਲ ਨਾ ਬਣ। ਤੇਰੇ ਪਾਪਾ ਨੇ ਇਸ ਰਿਸ਼ਤੇ ਲਈ ਕਦੇ ਹਾਂ ਨਹੀਂ ਕਰਨੀ, ਪਰ ਕੋਸ਼ਿਸ਼ ਕਰਨ 'ਚ ਕੀ ਹਰਜ ਏ। ਚਲੋ ਠੀਕ ਹੈ ਫਿਰ, ਪਰ ਜੇ ਤੇਰੇ ਪਾਪਾ ਨੇ ਮਨਾ ਕਰ ਦਿੱਤਾ ਤਾਂ ਤੂੰ ਉਸ ਤੋਂ ਬਾਅਦ ਮੈਨੂੰ ਮਿਲਣ ਦੀ ਜਿੱਦ ਨਹੀਂ ਕਰੇਂਗੀ। ਮੈਂ ਦਿਲ ਕਰੜਾ ਕਰਕੇ ਆਖ ਦਿੱਤਾ। ਮੈਨੂੰ ਪਤਾ ਸੀ ਉਸ ਦੀ ਕੀ ਹਾਲਤ ਹੋ ਰਹੀ ਸੀ ਇਹ ਸਭ ਸੁਣ ਕੇ, ਪਰ ਦੂਜਾ ਕੋਈ ਰਸਤਾ ਵੀ ਨਹੀਂ ਸੀ। ਉਸਨੇ ਨਾ ਚਾਹੁੰਦੇ ਹੋਏ ਵੀ ਇਸ ਗੱਲ ਦੀ ਹਾਮੀ ਭਰ ਦਿੱਤੀ ਤੇ ਬਿਨਾਂ ਕੁਝ ਹੋਰ ਬੋਲੇ ਉੱਥੋਂ ਚਲੀ ਗਈ। ਸ਼ਾਮ ਨੂੰ ਸਿਮਰਨ ਦਾ ਫੋਨ ਆਇਆ। ਉਸਦੇ ਪਾਪਾ ਮੇਰੇ ਨਾਲ ਗੱਲ ਕਰਨੀ ਚਾਹੁੰਦੇ ਸੀ। ਮੈਂ ਜਲਦੀ ਨਾਲ ਤਿਆਰ ਹੋ ਕੇ ਉਹਨਾਂ ਦੇ ਘਰ ਪੁੱਜਾ। ਸਿਮਰਨ ਬਾਹਰ ਮੇਨ ਗੇਟ ਤੇ ਖੜੀ ਮੇਰਾ ਇੰਤਜ਼ਾਰ ਕਰ ਰਹੀ ਸੀ। ਜਦੋਂ ਮੈਂ ਉਸਦੇ ਕੋਲ ਗਿਆ ਤਾਂ ਵੇਖਿਆ ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਪਤਾ ਨਹੀਂ ਉਹ ਕਿੰਨਾ ਕੁ ਰੋਈ ਸੀ। ਮੈਨੂੰ ਉਸਦੇ ਘਰ ਦੇ ਚਿੰਤਾ 'ਚ ਲੱਗ ਰਹੇ ਸੀ। ਸ਼ਾਇਦ ਉਹਨਾਂ ਨੂੰ ਕੋਈ ਅਣਹੋਣੀ ਦਾ ਡਰ ਬਣਿਆ ਹੋਇਆ ਸੀ। ਮੈਨੂੰ ਵੀ ਲੱਗ ਰਿਹਾ ਸੀ ਕਿ ਉਸਦੇ ਪਾਪਾ ਮੇਰੇ ਨਾਲ ਗੁੱਸੇ ਹੋਣਗੇ, ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਉਹਨਾਂ ਨੇ ਬੜੇ ਪਿਆਰ ਨਾਲ ਸਾਨੂੰ ਦੋਵਾਂ ਨੂੰ ਕੋਲ ਬਿਠਾ ਕੇ ਸਾਰੀ ਗੱਲ ਸਮਝਾਈ। ਜਿਵੇਂ ਮੈਨੂੰ ਜਾਪਦਾ ਹੀ ਸੀ, ਉਹਨਾਂ ਨੇ ਆਪਣੀ ਮਜਬੂਰੀ ਦੱਸ ਕੇ ਸਾਡੇ ਰਿਸ਼ਤੇ ਨੂੰ ਸਾਫ਼ ਨਾ ਕਰ ਦਿੱਤੀ ਤੇ ਨਾਲ ਹੀ ਇਹ ਵੀ ਆਖਿਆ ਕਿ ਤੁਸੀਂ ਕੋਈ ਅਜਿਹਾ ਕਦਮ ਨਾ ਚੁੱਕਿਓ ਜਿਸ ਨਾਲ ਸਾਡੀ ਬਦਨਾਮੀ ਹੋਵੇ। ਮੈਂ ਆਪਣੇ ਵੱਲੋਂ ਉਹਨਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਅਜਿਹਾ ਕੁਝ ਨਹੀਂ ਕਰਾਂਗਾ। ਮੈਂ ਜਦੋਂ ਸਿਮਰਨ ਵੱਲ ਤੱਕਿਆ ਤਾਂ ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿ ਰਹੇ ਸਨ। ਮੈਂ ਜਲਦੀ ਨਾਲ ਉੱਠ ਕੇ ਬਾਹਰ ਆ ਗਿਆ ਤੇ ਸਿਮਰਨ ਵੀ ਮੇਰੇ ਪਿੱਛੇ ਉੱਠ ਕੇ ਬਾਹਰ ਆ ਗਈ। ਉਹ ਹਾਲੇ ਵੀ ਰੋਈ ਜਾ ਰਹੀ ਸੀ। ਮੈਂ ਉਸ ਨੂੰ ਸਮਝਾਇਆ, ਦੇਖ ਸਿਮਰਨ, ਜਿਵੇਂ ਤੂੰ ਕਿਹਾ ਸੀ ਆਪਾਂ ਉਵੇਂ ਹੀ ਕਰਕੇ ਦੇਖ ਲਿਆ। ਹੁਣ ਪਲੀਜ਼ ਰੋ ਨਾ। ਹੌਲੀ ਹੌਲੀ ਮੈਨੂੰ ਭੁਲਾ ਦੇਵੀਂ। ਪਹਿਲਾਂ ਪਹਿਲਾਂ ਔਖਾ ਹੋਵੇਗਾ, ਪਰ ਬਾਅਦ 'ਚ ਸਭ ਕੁਝ ਠੀਕ ਹੋ ਜਾਵੇਗਾ।
ਮੈਂ ਉਸ ਨੂੰ ਸਮਝਾ ਤੇ ਰਿਹਾ ਸੀ, ਪਰ ਮੇਰੀ ਹਾਲਤ ਉਸ ਤੋਂ ਵੱਖਰੀ ਨਹੀਂ ਸੀ। ਜਦੋਂ ਮੈਂ ਜਾਣ ਲੱਗਾ ਤਾਂ ਸਿਮਰਨ ਨੇ ਮੇਰਾ ਹੱਥ ਫੜ ਲਿਆ, ਜਿਵੇਂ ਉਹ ਮੈਨੂੰ ਜਾਣ ਨਾ ਦੇਣਾ ਚਾਹੁੰਦੀ ਹੋਵੇ। ਮੈਂ ਵੀ ਅੰਦਰੋਂ ਅੰਦਰੀ ਤੜਫ ਰਿਹਾ ਸੀ, ਪਰ ਮਜਬੂਰੀ ਦਾ ਮਾਰਿਆ ਆਪਣਾ ਹੱਥ ਛੁਡਾ ਕੇ ਜਲਦੀ ਨਾਲ ਤੁਰ ਪਿਆ। ਅਗਲੇ ਦਿਨ ਮੈਂ ਵਾਪਸ ਚੰਡੀਗੜ੍ਹ ਆ ਗਿਆ। ਸੋਚਿਆ ਕਿ ਸਿਮਰਨ ਤੋਂ ਥੋੜਾ ਦੂਰ ਹੋ ਕੇ ਮਨ ਟਿਕ ਜਾਵੇਗਾ, ਪਰ ਇੱਥੇ ਵੀ ਉਸ ਦੀ ਯਾਦ ਖਹਿੜਾ ਨਹੀਂ ਸੀ ਛੱਡਦੀ। ਉੱਪਰੋਂ ਸਿਮਰਨ ਵੀ ਲਗਾਤਾਰ ਮੈਸੇਜ ਜਾਂ ਫੋਨ ਕਰਦੀ ਰਹਿੰਦੀ। ਮੈਂ ਕਈ ਵਾਰ ਗੱਲ ਕਰ ਲੈਂਦਾ ਜਾਂ ਕੰਮ ਬਹਾਨਾ ਲਾ ਕੇ ਫੋਨ ਕੱਟ ਦਿੰਦਾ। ਇੱਕ ਸ਼ਾਮ ਨੂੰ ਉਸ ਦਾ ਫੋਨ ਆਇਆ। ਮੈਂ ਉਦੋਂ ਕਮਰੇ 'ਚ ਹੀ ਸੀ। ਜਦੋਂ ਫੋਨ ਚੁੱਕਿਆ ਤਾਂ ਉਸਨੇ ਕਿਹਾ, ਮੈਂ ਚੰਡੀਗੜ੍ਹ ਆ ਗਈ ਹਾਂ, ਮੈਨੂੰ ਲੈ ਜਾ ਆ ਕੇ ਇੱਥੋਂ। ਮੈਂ ਸੁਣ ਕੇ ਹੈਰਾਨ ਵੀ ਸੀ ਤੇ ਪਰੇਸ਼ਾਨ ਵੀ। ਮੈਨੂੰ ਨਹੀਂ ਸੀ ਲੱਗਦਾ ਉਹ ਇਦਾਂ ਦਾ ਕੁਝ ਕਰੇਗੀ। ਸਿਮਰਨ, ਤੂੰ ਹੁਣੇ ਵਾਪਸ ਚਲੀ ਜਾ, ਮੈਂ ਨਹੀਂ ਆਉਣਾ ਤੈਨੂੰ ਲੈਣ, ਮੈਂ ਥੋੜਾ ਗੁੱਸੇ 'ਚ ਕਿਹਾ। ਮੈਂ ਮਰਨ ਲੱਗੀ ਹਾਂ ਫੇਰ। ਇੰਨਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ। ਮੈਂ ਬੁਰੀ ਤਰ੍ਹਾਂ ਡਰ ਗਿਆ। ਜਲਦੀ ਨਾਲ ਮੈਂ ਫੇਰ ਫੋਨ ਮਿਲਾਇਆ। ਹੈਲੋ ਸਿਮਰਨ, ਤੂੰ ਪਾਗਲ ਹੋ ਗਈ ਆ ਯਾਰ, ਕਿੱਦਾਂ ਦੀਆਂ ਗੱਲਾਂ ਕਰ ਰਹੀ ਏ? ਫੇਰ ਤੂੰ ਆ ਕਿਉਂ ਨਹੀਂ ਰਿਹਾ? ਉਸਨੇ ਰੋਂਦੇ ਹੋਏ ਕਿਹਾ। ਚੱਲ ਆ ਰਿਹਾ ਮੈਂ, ਤੂੰ ਬਸ ਉੱਥੇ ਹੀ ਰਹਿ, ਕਹਿ ਕੇ ਮੈਂ ਜਲਦੀ ਨਾਲ ਮੋਟਰਸਾਈਕਲ ਚੁੱਕਿਆ ਤੇ ਸਿਮਰਨ ਕੋਲ ਪਹੁੰਚ ਗਿਆ। ਉਹ ਬਦਹਵਾਸ ਜਿਹੀ ਖੜੀ ਸੀ। ਬਿਨਾਂ ਕੁਝ ਬੋਲੇ ਉਹ ਮੇਰੇ ਨਾਲ ਬੈਠ ਗਈ ਤੇ ਮੈਂ ਉਸਨੂੰ ਆਪਣੇ ਕਮਰੇ 'ਚ ਲੈ ਆਇਆ। ਹੁਣ ਉਸ ਦੀ ਹਾਲਤ ਥੋੜੀ ਠੀਕ ਲੱਗ ਰਹੀ ਸੀ। ਸਿਮਰਨ, ਤੂੰ ਇਹ ਚੰਗਾ ਨਹੀਂ ਕੀਤਾ, ਤੇਰੇ ਘਰ ਦੇ ਕਿੰਨੇ ਪਰੇਸ਼ਾਨ ਹੁੰਦੇ ਹੋਣਗੇ, ਮੈਂ ਉਸਨੂੰ ਸਮਝਾਇਆ। ਤੂੰ ਕਿਹੜਾ ਦੁਬਾਰਾ ਹਾਲ ਪੁੱਛਿਆ ਮੇਰਾ? ਨਾ ਤਾਂ ਤੂੰ ਫੋਨ ਚੁੱਕਦਾ, ਨਾ ਤਾਂ ਤੂੰ ਚੱਜ ਨਾਲ ਗੱਲ ਕਰਦਾ ਮੇਰੇ ਨਾਲ। ਮੈਂ ਇੱਥੇ ਨਾ ਆਉਂਦੀ ਤਾਂ ਕੀ ਕਰਦੀ? ਤੂੰ ਬੜਾ ਸੌਖਾ ਕਹਿ ਦਿੱਤਾ ਸੀ ਕਿ ਭੁੱਲ ਜਾ, ਪਰ ਆਪਣਾ ਪਿਆਰ ਭੁੱਲਣਾ ਐਡਾ ਸੌਖਾ ਥੋੜੀ ਏ। ਉਹ ਬੁਰੀ ਤਰ੍ਹਾਂ ਫੁੱਟ ਪਈ ਸੀ, ਪਰ ਮੇਰੇ ਕੋਲ ਉਸ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ। ਮੈਂ ਫੋਨ ਕਰਕੇ ਉਸਦੇ ਘਰਦਿਆਂ ਨੂੰ ਦੱਸ ਦਿੱਤਾ ਕਿ ਸਿਮਰਨ ਮੇਰੇ ਕੋਲ ਏ। ਸੁਣ ਕੇ ਉਹ ਵੀ ਜਲਦੀ ਨਾਲ ਸਿਮਰਨ ਨੂੰ ਲਿਜਾਣ ਲਈ ਤੁਰ ਪਏ ਸਨ। ਇੱਧਰ ਸਿਮਰਨ ਮੇਰੀ ਗੋਦ 'ਚ ਬੈਠੀ ਸੀ। ਗਲ ਦੁਆਲੇ ਬਾਹਾਂ ਵਾਲੀਆਂ ਸਨ ਤੇ ਸਿਰ ਮੇਰੇ ਮੋਢੇ ਨਾਲ ਜੋੜਿਆ ਹੋਇਆ ਸੀ। ਮੈਂ ਵੀ ਉਸਨੂੰ ਆਪਣੇ ਨਾਲ ਘੁੱਟਿਆ ਹੋਇਆ ਸੀ। ਤੂੰ ਮੈਨੂੰ ਪਿਆਰ ਤਾਂ ਕਰਦਾ ਏ ਨਾ? ਉਸਨੇ ਚਣ-ਚੱਕ ਪੁੱਛਿਆ। ਹਾਂ ਬਹੁਤ, ਮੈਂ ਉਸਦਾ ਮੱਥਾ ਚੁੰਮਦਿਆਂ ਕਿਹਾ। ਸੁਣ ਕੇ ਉਸਨੇ ਇੱਕ ਲੰਬਾ ਸਾਹ ਲਿਆ। ਮੈਨੂੰ ਸਿਮਰਨ ਦੀ ਬਹੁਤ ਫਿਕਰ ਹੋ ਰਹੀ ਸੀ। ਕੁਝ ਦਿਨ ਪਹਿਲਾਂ ਤੱਕ ਉਹ ਕਿੰਨਾ ਹੱਸਦੀ ਟੱਪਦੀ ਸੀ। ਚੁਲਬੁਲਾ ਜਿਹਾ ਸੁਭਾਅ ਉਸਦਾ ਬਿਲਕੁਲ ਬੱਚਿਆਂ ਵਾਂਗ ਸੀ, ਪਰ ਹੁਣ ਦੀ ਹਾਲਤ ਦੇਖ ਮੈਨੂੰ ਆਪਣੇ ਆਪ ਤੇ ਹੀ ਗੁੱਸਾ ਆ ਰਿਹਾ ਸੀ। ਅਸੀਂ ਕਿੰਨੀ ਦੇਰ ਇਦਾਂ ਹੀ ਬੈਠੇ ਰਹੇ। ਸਾਨੂੰ ਖੁਦ ਨੂੰ ਪਤਾ ਨਹੀਂ ਸੀ। ਅਚਾਨਕ ਦਰਵਾਜ਼ਾ ਖੜਕਿਆ ਤੇ ਸਾਡੀ ਇਹ ਸਮਾਧੀ ਭੰਗ ਹੋ ਗਈ। ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਸਿਮਰਨ ਦੇ ਮੰਮੀ ਪਾਪਾ ਖੜੇ ਸਨ। ਮੈਂ ਉਹਨਾਂ ਨੂੰ ਅੰਦਰ ਆਉਣ ਵਾਸਤੇ ਕਿਹਾ। ਇੰਨੇ ਨੂੰ ਸਿਮਰਨ ਵੀ ਉੱਠ ਕੇ ਖੜੀ ਹੋ ਗਈ ਸੀ। ਉਸਦੇ ਪਾਪਾ ਨੇ ਸਿਮਰਨ ਨੂੰ ਚੱਲਣ ਲਈ ਕਿਹਾ। ਮੈਨੂੰ ਲੱਗਦਾ ਸੀ ਕਿ ਸ਼ਾਇਦ ਉਹ ਨਾ ਜਾਣ ਦੀ ਜਿੱਦ ਕਰੇਗੀ, ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਸਿਮਰਨ ਚੁੱਪਚਾਪ ਉਹਨਾਂ ਨਾਲ ਤੁਰ ਪਈ। ਬਸ ਉਹਨੇ 2 ਵਾਰ ਪਿੱਛੇ ਮੁੜ ਕੇ ਦੇਖਿਆ। ਮੈਨੂੰ ਲੱਗਿਆ ਕਿ ਸ਼ਾਇਦ ਉਹ ਸਮਝ ਗਈ ਏ ਤੇ ਹੁਣ ਸਭ ਠੀਕ ਹੋ ਜਾਵੇਗਾ, ਪਰ ਮੈਨੂੰ ਕੀ ਪਤਾ ਸੀ ਕਿ ਅਜਿਹੀ ਘਟਨਾ ਵਾਪਰੇਗੀ ਜਿਸ ਨਾਲ ਮੇਰੀ ਜ਼ਿੰਦਗੀ ਪਲਟ ਜਾਵੇਗੀ। ਉਸ ਰਾਤ ਮੈਨੂੰ ਬਿਲਕੁਲ ਨੀਂਦ ਨਾ ਆਈ। ਪਤਾ ਨਹੀਂ ਕਿਉਂ ਅਜੀਬ ਜਿਹੀ ਬੇਚੈਨੀ ਤੰਗ ਕਰ ਰਹੀ ਸੀ। ਭੈੜੇ ਭੈੜੇ ਖਿਆਲ ਦਿਲ 'ਚ ਉੱਠ ਰਹੇ ਸਨ। ਦਿਮਾਗ ਆਖਦਾ ਸੀ ਸਭ ਕੁਝ ਠੀਕ ਹੈ, ਪਰ ਦਿਲ ਮੰਨਣ ਵਾਸਤੇ ਤਿਆਰ ਨਹੀਂ ਸੀ। ਅਗਲੇ ਦਿਨ ਘਰੋਂ ਮੰਮੀ ਦਾ ਫੋਨ ਆਇਆ। ਉਹਨਾਂ ਦੱਸਿਆ ਕਿ ਰਾਤ ਸਿਮਰਨ ਨੇ ਸੁਸਾਈਡ ਕਰ ਲਿਆ। ਸੁਣ ਕੇ ਮੇਰਾ ਮਾਨੋ ਸਾਹ ਹੀ ਰੁਕ ਗਿਆ। ਫੋਨ ਮੇਰੇ ਹੱਥੋਂ ਛੁੱਟ ਕੇ ਥੱਲੇ ਡਿੱਗ ਪਿਆ। ਮੈਂ ਵੀ ਬੇਸੁੱਧ ਜਿਹਾ ਹੋ ਕੇ ਫਰਸ਼ ਤੇ ਲੇਟ ਗਿਆ। ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਸਭ ਸੱਚ ਹੈ। ਮੇਰੀ ਸਿਮਰਨ ਮੇਰੇ ਤੋਂ ਦੂਰ ਚਲੀ ਜਾਵੇਗੀ। ਮੈਨੂੰ ਐਡਾ ਵੱਡਾ ਦੁੱਖ ਦੇ ਕੇ ਮੈਂ ਸੋਚਿਆ ਨਹੀਂ ਸੀ। ਮੈਂ ਧਾਹਾਂ ਮਾਰ ਕੇ ਰੋ ਪਿਆ। ਉਸ ਸਮੇਂ ਮੇਰੀ ਕੀ ਹਾਲਤ ਹੋਈ ਮੈਂ ਬਿਆਨ ਨਹੀਂ ਕਰ ਸਕਦਾ। ਮੈਂ ਚਾਹੁੰਦਾ ਸੀ ਕਿ ਮੈਨੂੰ ਵੀ ਮੌਤ ਆ ਜਾਵੇ, ਪਰ ਅਜਿਹਾ ਨਹੀਂ ਹੋਇਆ। ਮਾਨੋ ਮੈਂ ਆਪਣੇ ਕੀਤੇ ਗੁਨਾਹ ਦੀ ਸਜ਼ਾ ਕੱਟਣੀ ਸੀ। ਮੈਂ ਸਮਝਦਾ ਕਿ ਸਿਮਰਨ ਦੀ ਮੌਤ ਦਾ ਜ਼ਿੰਮੇਦਾਰ ਮੈਂ ਹੀ ਹਾਂ ਤੇ ਇਸ ਪਾਪ ਦਾ ਭਾਰ ਮੈਨੂੰ ਸਾਰੀ ਜ਼ਿੰਦਗੀ ਚੁੱਕਣਾ ਪਵੇਗਾ। ਅਖੀਰ ਮੌਤ ਹੀ ਇਸ ਭਾਰ ਤੋਂ ਛੁਟਕਾਰਾ ਦਿਵਾਏਗੀ। ਸ਼ਾਇਦ ਮੈਂ ਸਿਮਰਨ ਤੋਂ ਮਾਫੀ ਮੰਗ ਸਕਦਾ। ਉਸ ਤੋਂ ਬਾਅਦ ਮੈਂ ਕਦੀ ਪਿੰਡ ਨਹੀਂ ਗਿਆ। ਜਾਣ ਦਾ ਹੌਸਲਾ ਹੀ ਨਹੀਂ ਬਣਿਆ। ਪਤਾ ਨਹੀਂ ਕਿਉਂ ਮੈਨੂੰ ਲੱਗਦਾ ਕਿ ਜੇ ਮੈਂ ਪਿੰਡ ਗਿਆ ਤਾਂ ਸਿਮਰਨ ਕਿਤੇ ਰਸਤੇ 'ਚ ਖੜੀ
ਮੇਰਾ ਇੰਤਜ਼ਾਰ ਕਰਦੀ ਨਜ਼ਰ ਆਵੇਗੀ, ਉਵੇਂ ਹੀ ਮੁਸਕਰਾਉਂਦੀ ਹੋਈ। ਸੋ ਗਾਇਜ਼, ਕਹਾਣੀ ਕਿਵੇਂ ਲੱਗੀ? ਲਾਈਕ ਤੇ ਕਮੈਂਟ ਜ਼ਰੂਰ ਕਰਿਓ। ਧੰਨਵਾਦ।